ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਆਸ ਅਨਿਤ ਤਿਆਗੋ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਆਪਣੇ ਸਿੱਖਾਂ ਨੂੰ ਉਪਦੇਸ਼ ਦੇ ਕੇ ਕਹਿੰਦੇ ਹਨ ਕਿ ਪੂਰੇ ਪ੍ਰਭੂ ਦੀ ਪ੍ਰਾਪਤੀ ਵਾਸਤੇ ਤੂੰ ਵੀ ਪੂਰਿਆਂ ਗੁਰਾਂ ਦੇ ਉਪਦੇਸ਼ ਨੂੰ ਸੁਣ ਅਤੇ ਪਾਰ ਬ੍ਰਹਮ ਨੂੰ ਆਪਣੇ ਨੇੜੇ ਦੇਖਣਾ ਕਰ। ਅੰਦਰ ਸਵਾਸ ਜਾਂਦਿਆਂ ਬਾਹਰ ਸਵਾਸ ਆਉਂਦਿਆਂ ਗੋਬਿੰਦ ਨੂੰ ਸਿਮਰਨਾ ਕਰ, ਤਾਂ ਤੇਰੇ ਮਨ ਦੇ ਅੰਦਰ ਦੀ ਚਿੰਤਾ ਦੂਰ ਹੋਏਗੀ। ਝੂਠੇ ਪਦਾਰਥਾਂ ਦੀ ਆਸਾਂ ਨੂੰ ਅਤੇ ਸੰਕਲਪਾਂ ਨੂੰ ਤਿਆਗ ਦੇ। ਮਨ ਦੇ ਉਤਸ਼ਾਹ ਨਾਲ ਸੰਤਾਂ ਦੀ ਚਰਨ ਧੂੜੀ ਮੰਗਣਾ ਕਰ, ਕਿਉਂਕਿ ਸੰਤਾਂ ਦੀ ਚਰਨ ਧੂੜੀ ਮੰਦ ਕਰਮਾਂ ਦੀ ਰੇਖ ਨੂੰ ਮਿਟਾ ਦਿੰਦੀ ਹੈ। ਇੱਕ ਸੌਦਾਗਰ ਲਾਹੌਰ ਦੇ ਰਹਿਣ ਵਾਲਾ ਸੀ। ਉਸ ਦੀ ਇਸਤਰੀ ਬੜੀ ਸੁੰਦਰ ਸੀ। ਉਹ ਸੌਦਾਗਰ ਰੋਜ਼ ਹੀ ਆਪਣੀ ਇਸਤਰੀ ਨੂੰ ਨਾਲ ਲੈ ਕੇ ਇੱਕ ਮਹਾਤਮਾ ਦੇ ਪਾਸ ਸਤਸੰਗ ਕਰਨ ਜਾਂਦਾ ਸੀ। ਜਾਂਦਿਆਂ ਜਾਂਦਿਆਂ ਦੋਵੇਂ ਮਹਾਤਮਾ ਦੇ ਸ਼ਿਸ਼ ਬਣ ਗਏ। ਮਹਾਤਮਾ ਲਾਹੌਰ ਦੇ ਕਿਲੇ ਪਾਸ ਰਹਿੰਦੇ ਸਨ। ਜਿਸ ਵੇਲੇ ਸੌਦਾਗਰ ਵਪਾਰ ਕਰਨ ਵਾਸਤੇ ਬਾਹਰ ਗਿਆ ਤਾਂ ਪਿੱਛੋਂ ਇੱਕ ਦਿਨ ਸੌਦਾਗਰ ਦੀ ਇਸਤਰੀ ਸਿਰ ਨਹਾ ਕੇ ਕੋਠੇ ਚੜ੍ਹ ਕੇ ਵਾਲ ਸੁਕਾ ਰਹੀ ਸੀ। ਉਸ ਨੂੰ ਦੇਖਦਿਆਂ ਸਾਰ ਹੀ ਬਾਦਸ਼ਾਹ ਦਾ ਚਿੱਤ ਮੋਹਿਆ ਗਿਆ ਤੇ ਵਜ਼ੀਰਾਂ ਨੂੰ ਕਿਹਾ, ਉਸ ਇਸਤਰੀ ਨੂੰ ਜ਼ਬਰਨ ਫੜ ਕੇ ਮੇਰੇ ਪਾਸ ਲਿਆਓ। ਤਾਂ ਵਜ਼ੀਰਾਂ ਨੇ ਕਿਹਾ, ਬਾਦਸ਼ਾਹ ਇਸ ਤਰ੍ਹਾਂ ਨਾ ਬੁਲਾਓ, ਜੰਤਰਾਂ ਮੰਤਰਾਂ ਦੀ ਰਾਹੀਂ ਬੁਲਾਓ ਤਾਂ ਚੰਗਾ ਹੈ। ਫਿਰ ਬਾਦਸ਼ਾਹ ਨੇ ਕਾਜ਼ੀਆਂ ਨੂੰ ਬੁਲਾ ਕੇ ਕਿਹਾ, ਮੈਨੂੰ ਅਜਿਹੇ ਜੰਤਰ ਲਿਖ ਕੇ ਦਿਓ ਜਿਨ੍ਹਾਂ ਦੀ ਸ਼ਕਤੀ ਨਾਲ ਅੰਬ ਕੇ ਸੌਦਾਗਰ ਦੀ ਇਸਤਰੀ ਮੇਰੇ ਪਾਸ ਆਪੇ ਆ ਜਾਏ। ਇਹ ਗੱਲ ਸੁਣ ਕੇ ਕਾਜ਼ੀਆਂ ਨੇ 4 ਜੰਤਰ ਲਿਖ ਕੇ ਦਿੱਤੇ ਤੇ ਕਿਹਾ, ਇੱਕ ਇੱਕ ਪਹਿਰ ਵਿੱਚ ਇੱਕ ਇੱਕ ਜੰਤਰ ਨੂੰ ਮੰਜੇ ਦੇ ਇੱਕ ਇੱਕ ਪਾਵੇ ਹੇਠ ਰੱਖ ਦੇਣਾ। ਚੌਥੇ ਪਹਿਰ ਵਿੱਚ ਉਹ ਆਪੇ ਆਪ ਜੀ ਦੇ ਪਾਸ ਆ ਜਾਏਗੀ। ਬਾਦਸ਼ਾਹ ਨੇ ਉਸੇ ਤਰ੍ਹਾਂ ਕੀਤਾ ਤੇ ਸੌਦਾਗਰ ਦੀ ਇਸਤਰੀ ਨੂੰ ਸੁਨੇਹਾ ਵੀ ਭੇਜ ਦਿੱਤਾ, ਜੇਕਰ ਤੂੰ ਅੱਜ ਮੇਰੇ ਪਾਸ ਨਾ ਆਈ ਤਾਂ ਤੇਰਾ ਸਾਰਾ ਪਰਿਵਾਰ ਕਤਲ ਕਰਕੇ ਤੇ ਸਾਰਾ ਧਨ ਮਾਲ ਜ਼ਬਤ ਕਰਕੇ ਤੈਨੂੰ ਜ਼ਬਰਨ ਰਾਜ ਮੰਦਰਾਂ ਵਿੱਚ ਲਿਆਂਦਾ ਜਾਏਗਾ। ਇੱਕ ਪਹਿਰ ਪਿੱਛੋਂ ਇੱਕ ਜੰਤਰ ਮੰਜੇ ਦੇ ਪਾਵੇ ਹੇਠ ਰੱਖਣਾ ਸ਼ੁਰੂ ਕਰ ਦਿੱਤਾ। ਜਿਸ ਵੇਲੇ ਦੂਤ ਨੇ ਆ ਕੇ ਸੁਨੇਹਾ ਦਿੱਤਾ ਤਾਂ ਸੌਦਾਗਰ ਦੀ ਇਸਤਰੀ ਨੇ ਕਿਹਾ, ਮੈਂ ਪਤੀਬ੍ਰਤਾ ਧਰਮ ਵਾਲੀ ਹਾਂ ਤੇ ਹਿੰਦੂ ਦੀ ਇਸਤਰੀ ਹਾਂ। ਬਾਦਸ਼ਾਹ ਮੁਸਲਮਾਨ ਹੈ, ਉਸ ਦੇ ਮੰਦਰਾਂ ਵਿੱਚ ਜਾਣ ਲਈ ਬਿਲਕੁਲ ਤਿਆਰ ਨਹੀਂ ਹਾਂ। ਮਰ ਜਾਊਂਗੀ ਪਰ ਮੰਦਰਾਂ ਵਿੱਚ ਨਹੀਂ ਜਾਵਾਂਗੀ। ਬਾਦਸ਼ਾਹ ਨੇ 2-3 ਵਾਰ ਆਦਮੀ ਭੇਜੇ। ਇਸ ਨੇ ਜ਼ਰਾ ਵੀ ਪਰਵਾਹ ਨਹੀਂ ਕੀਤੀ, ਪਰ ਜੰਤਰਾਂ ਦੇ ਪ੍ਰਭਾਵ ਨਾਲ ਸੌਦਾਗਰ ਦੀ ਇਸਤਰੀ ਦਾ ਚਿੱਤ ਕੁਝ ਬਦਲ ਗਿਆ। ਪਹਿਲੇ ਜੰਤਰ ਦੇ ਪ੍ਰਭਾਵ ਨਾਲ ਦਿਲ ਵਿੱਚ ਆਖਦੀ ਹੈ, ਇਹ ਮੁਲਕ ਦਾ ਬਾਦਸ਼ਾਹ ਹੈ, ਪਤੀ ਨੂੰ ਮਰਵਾ ਦੇਵੇਗਾ, ਬੱਚਿਆਂ ਨੂੰ ਮਰਵਾ ਦੇਵੇਗਾ, ਮਾਲ ਜ਼ਬਤ ਕਰ ਲਵੇਗਾ, ਤਾਂ ਵੀ ਮੈਨੂੰ ਛੱਡੇਗਾ ਨਹੀਂ। ਦੂਜੇ ਜੰਤਰ ਦੇ ਪ੍ਰਭਾਵ ਨਾਲ ਚਿੱਤ ਵਿੱਚ ਇਹ ਖਿਆਲ ਆਇਆ, ਮੇਰੇ ਪਿੱਛੇ ਮੇਰੇ ਪਤੀ ਔਰ ਮੇਰੇ ਪੁੱਤਰਾਂ ਦਾ ਨੁਕਸਾਨ ਨਾ ਹੋਵੇ, ਇਸ ਲਈ ਮੇਰਾ ਜਾਣਾ ਹੀ ਬਣਦਾ ਹੈ। ਤੀਜੇ ਜੰਤਰ ਦੇ ਪ੍ਰਭਾਵ ਨਾਲ ਆਪਣੇ ਸਰੀਰ ਪਰ ਹਾਰ ਸ਼ਿੰਗਾਰ ਕਰਨ ਲੱਗ ਪਈ ਤੇ ਚੌਥੇ ਜੰਤਰ ਦੇ ਪ੍ਰਭਾਵ ਨਾਲ ਘਰੋਂ ਨਿਕਲਦੇ ਬਾਦਸ਼ਾਹ ਦੇ ਰਾਜ ਮੰਦਰ ਵਿੱਚ ਜਾਣ ਲਈ ਤੁਰ ਪਈ। ਜਾਂਦਿਆਂ ਜਾਂਦਿਆਂ ਰਾਹ ਵਿੱਚ ਸੰਤਾਂ ਦਾ ਦਰਸ਼ਨ ਹੋ ਗਿਆ। ਇਸ ਨੇ ਪਾਸ ਜਾ ਕੇ ਮੱਥਾ ਟੇਕਿਆ ਤਾਂ ਸੰਤਾਂ ਨੇ ਇਸ ਦੇ ਵੱਲ ਵੇਖ ਕੇ ਕਿਹਾ, ਬੱਚੀ, ਤੇਰਾ ਪਤੀ ਤਾਂ ਪ੍ਰਦੇਸ ਗਿਆ ਹੋਇਆ ਹੈ,
ਤੂੰ ਹਾਰ ਸ਼ਿੰਗਾਰ ਕਰਕੇ ਕਿੱਥੇ ਚੱਲੀ ਹੈ? ਸੱਚ ਦੱਸ। ਉਸਨੇ ਉਸੇ ਵੇਲੇ ਬਾਦਸ਼ਾਹ ਦਾ ਸਾਰਾ ਹਾਲ ਸੁਣਾਇਆ। ਸੰਤਾਂ ਨੇ ਸੁਣ ਕੇ ਉਸ ਦੇ ਮੱਥੇ ਦੀ ਕੁਝ ਖਰਾਬ ਰੇਖਾ ਦੇਖੀ ਤੇ ਆਪਣੇ ਪਵਿੱਤਰ ਚਰਨਾਂ ਦੀ ਧੂੜੀ ਲਗਾ ਕੇ ਉਸ ਦੀ ਮੰਦ ਰੇਖਾ ਮਿਟਾ ਦਿੱਤੀ ਤੇ ਆਖਿਆ, ਬੱਚੀ, ਰਾਜ ਮੰਦਰਾਂ ਵਿੱਚ ਜਾਣ ਦੀ ਕੋਈ ਲੋੜ ਨਹੀਂ। ਹੁਣ ਤੂੰ ਆਪਣੇ ਘਰ ਚਲੀ ਜਾ। ਰਾਜਾ ਤੈਨੂੰ ਕੁਝ ਨਹੀਂ ਕਹੇਗਾ ਜੇ ਤੈਨੂੰ ਅਡੋਲ ਰੱਖ ਕੇ ਆਪਣੇ ਪਤੀਵ੍ਰਤਾ ਧਰਮ ਵਿੱਚ ਸਥਿਤ ਰਹਿ। ਇਸ ਤਰ੍ਹਾਂ ਸੰਤਾਂ ਪਾਸੋਂ ਬਚਨ ਸੁਣ ਕੇ ਉਹ ਆਪਣੇ ਘਰ ਨਿਸ਼ਚਿੰਤ ਹੋ ਕੇ ਆ ਗਈ। ਦੇਖੋ, ਸੰਤਾਂ ਦੀ ਧੂੜੀ ਨੇ ਸੌਦਾਗਰ ਦੀ ਇਸਤਰੀ ਦੇ ਮੰਦ ਲੇਖ ਮਿਟਾ ਦਿੱਤੇ। ਪਾਰ ਬ੍ਰਹਮ ਮੋਹਿ ਕਿਰਪਾ ਕੀਜੈ, ਧੂਰ ਸੰਤਨ ਕੀ ਨਾਨਕ ਦੀਜੈ। ਸਗਲ ਸੰਤਨ ਪੈ ਵਸਤ ਇਕ ਮਾਂਗੋ, ਕਰੋ ਬੇਨੰਤੀ ਮਾਨ ਤਿਆਗੋ। ਵਾਰ ਵਾਰ ਜਾਈ ਲਖ ਵਰੀਆ, ਦੇਹੋ ਸੰਤਨ ਕੀ ਧੂਰਾ ਜੀਓ। ਦਾਨ ਮਹਿੰਡਾ ਤਲੀ ਖਾਕ, ਜੇ ਮਿਲੈ ਤਾਂ ਮਸਤਕ ਲਾਈਐ। ਕੂੜਾ ਲਾਲਚ ਛੱਡੀਐ, ਹੋਏ ਇੱਕ ਮਨ ਅਲਖ ਧਿਆਈਐ। ਫਲ ਤੇ ਵੇਹੋ ਪਾਈਐ, ਜੇ ਵੇਹੀ ਕਾਰ ਕਮਾਈਐ। ਜੇ ਹੋਵੈ ਪੂਰਬ ਲਿਖਿਆ, ਤਾਂ ਧੂੜ ਤਿਨਾ ਦੀ ਪਾਈਐ। ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰੋ। ਆਪਾ ਪਾਹੰਕਾਰ ਨੂੰ ਛੱਡ ਕੇ ਪ੍ਰਭੂ ਅੱਗੇ ਬੇਨਤੀ ਕਰੋ ਅਤੇ ਸਤਸੰਗ ਕਰੋ ਅਤੇ ਸਤਸੰਗ ਕਰੋ, ਕਿਉਂਕਿ ਸਤਸੰਗ ਕਰਕੇ ਹੀ ਤ੍ਰਿਸ਼ਨਾ ਰੂਪੀ ਅਗਨੀ ਦੇ ਸਮੁੰਦਰ ਸੰਸਾਰ ਤੋਂ ਤਰ ਜਾਓਗੇ। ਹਰ ਧਨ ਕੇ ਭਰ ਲਿਹੋ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ। ਅੰਤਹਿਕਰਨ ਰੂਪ ਭੰਡਾਰੇ ਨੂੰ ਹਰੀ ਨਾਮ ਰੂਪੀ ਧਨ ਨਾਲ ਭਰ ਲੈਣਾ ਕਰੋ ਅਤੇ ਨਾਮ ਧਨ ਦੀ ਪ੍ਰਾਪਤੀ ਵਾਸਤੇ ਪੂਰਿਆਂ ਗੁਰਾਂ ਨੂੰ ਨਮਸਕਾਰ ਕਰੋ। ਖੇਲ ਕੁਸਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ। ਸਤ ਸੰਗਤ ਵਿੱਚ ਬੈਠ ਕੇ ਪਰਮ ਆਨੰਦ ਸਰੂਪ ਪਰਮੇਸ਼ਰ ਨੂੰ ਭਜਨਾ ਕਰ, ਤਾਂ ਹੀ ਸੁਖ ਅਤੇ ਆਨੰਦ ਇਤਿਆਦਿਕ ਸ਼ੁਭ ਗੁਣ ਸੁਭਾਵਕ ਹੀ ਪ੍ਰਾਪਤ ਹੋ ਜਾਣਗੇ। ਨਰਕ ਨਿਵਾਰ ਉਧਾਰੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ। ਹੇ ਭਾਈ, ਗੋਬਿੰਦ ਦੇ ਗੁਣਾਂ ਦਾ ਗਾਇਨ ਕਰਨੇ ਰੂਪ ਅੰਮ੍ਰਿਤ ਰਸ ਨੂੰ ਪੀ ਕੇ ਨਰਕਾਂ ਨੂੰ ਦੂਰ ਕਰਕੇ ਆਪਣੇ ਜੀ ਨੂੰ ਉਧਾਰ ਲੈ। ਚਿਤ ਚਿਤਵੋ ਨਾਰਾਇਣ ਏਕ, ਏਕ ਰੂਪ ਜਾ ਕੇ ਰੰਗ ਅਨੇਕ। ਉਸ ਇੱਕ ਨਾਰਾਇਣ ਨੂੰ ਆਪਣੇ ਚਿੱਤ ਵਿੱਚ ਚਿਤਵਣਾ ਕਰ। ਨਿਰਗੁਣ ਬ੍ਰਹਮ ਹੋਣ ਕਰਕੇ, ਜਿਸ ਦਾ ਇੱਕ ਰੂਪ ਹੈ, ਸਰਗੁਣ ਸਰੂਪ ਹੋਣ ਕਰਕੇ ਜਿਸ ਦੇ ਅਨੇਕਾਂ ਰੰਗ ਹਨ। ਗੋਪਾਲ ਦਾਮੋਦਰ ਦੀਨ ਦਇਆਲ, ਦੁਖ ਭੰਜਨ ਪੂਰਨ ਕਿਰਪਾਲ। ਉਹ ਦਮੋਦਰ ਪਰਮਾਤਮਾ ਦੀਨਾਂ ਦੀ ਪਾਲਣਾ ਕਰਨ ਵਾਲਾ ਹੈ, ਦੁੱਖਾਂ ਦੇ ਨਾਸ਼ ਕਰਨ ਵਾਲਾ ਤੇ ਪੂਰਨ ਕਿਰਪਾਲੂ ਹੈ। ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਹੈ ਆਧਾਰ। ਮੁੜ ਮੁੜ ਕੇ ਉਸ ਦੇ ਨਾਮਾਂ ਨੂੰ ਸਿਮਰਨਾ ਹੀ ਸਿਮਰਨਾ ਕਰ। ਮਨ ਬਾਣੀ ਸਰੀਰ ਕਰਕੇ ਬਾਰੰਬਾਰ ਉਸ ਦੇ ਨਾਮਾਂ ਨੂੰ ਸਿਮਰਨਾ ਕਰ। ਗੁਰੂ ਜੀ ਕਥਨ ਕਰਦੇ ਹਨ, ਇਹ ਨਾਮ ਹੀ ਜੀਵ ਦਾ ਆਸਰਾ ਹੈ। ਉੱਤਮ ਸ਼ਲੋਕ ਸਾਧ ਕੇ ਬਚਨ, ਅਮੁਲੀਕ ਲਾਲ ਇਹ ਰਤਨ। ਸੁਖਮਣੀ ਸਾਹਿਬ ਦੇ ਸਾਧ ਸ੍ਰੇਸ਼ਟ ਬਚਨ ਹੀ ਉੱਤਮ ਸ਼ਲੋਕ ਹਨ। ਇਹ ਸ਼ਲੋਕ ਉੱਤਮ ਹਨ ਕਿਉਂਕਿ ਇਸ ਦੇ ਵਿੱਚ ਸੰਤਾਂ ਦੇ ਉਸਤਤੀ ਰੂਪ ਬਚਨ ਹਨ। ਸਾਧ ਕੀ ਮਹਿਮਾ ਭੇਦ ਨਾ ਜਾਣੈ, ਜੇਤਾ ਸੁਨੇ ਤੇਤਾ ਬਖਿਆਨੈ। ਉਹੀ ਅਲੌਕਿਕ ਉੱਤਮ ਜੋ ਸਾਧ ਵਸਤੂ ਅਰਥਾਤ ਆਤਮ ਵਸਤੂ ਹੈ, ਉਸ ਦੀ ਪ੍ਰਾਪਤੀ ਦੇ ਇਹ ਬਚਨ ਹਨ। ਇਹ ਬਚਨ ਲਾਲਾਂ ਤੇ ਰਤਨਾਂ ਵਾਂਗੂ ਅਮੋਲਕ ਹਨ। ਸੁਨਤ ਕਮਾਵਤ ਹੋਤ ਉਧਾਰ, ਆਪ ਤਰੈ ਲੋਕੈ ਨਿਸਤਾਰ। ਇਹਨਾਂ ਬਚਨਾਂ ਨੂੰ ਜੋ ਸ਼ਰਧਾ ਨਾਲ ਸੁਣਦਾ ਹੈ ਅਤੇ ਕਮਾਉਂਦਾ ਹੈ, ਉਸ ਦਾ ਉਧਾਰ ਹੋ ਜਾਂਦਾ ਹੈ। ਉਹ ਆਪ ਤਰੇਗਾ ਅਤੇ ਹੋਰਨਾਂ ਅਧਿਕਾਰੀ ਲੋਕਾਂ ਨੂੰ ਵੀ ਤਾਰ ਲਏਗਾ। ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੈ ਮਨ ਲਾਗਾ ਹਰ ਰੰਗ। ਸੁਖਮਣੀ ਸਾਹਿਬ ਜੀ ਦਾ ਪਾਠ ਕਰਦਿਆਂ ਕਰਦਿਆਂ
ਜਿਸ ਦੇ ਮਨ ਵਿੱਚ ਹਰੀ ਦਾ ਪ੍ਰੇਮ ਲੱਗਾ ਹੈ, ਉਸ ਪੁਰਸ਼ ਦਾ ਜੀਵਨ ਸਫਲ ਹੈ ਅਤੇ ਉਸ ਦਾ ਸੰਗ ਕਰਨਾ ਵੀ ਸਫਲ ਹੈ। ਜੈ ਜੈ ਸ਼ਬਦ ਅਨਾਹਦ ਵਾਜੈ, ਸੁਨ ਸੁਨ ਆਨੰਦ ਕਰੇ ਪ੍ਰਭ ਗਾਜੈ। ਜੋ ਪੁਰਸ਼ ਸੁਖਮਨੀ ਸਾਹਿਬ ਜੀ ਦਾ ਪਾਠ ਨਿਤਨੇਮ ਨਾਲ ਕਰਦਾ ਹੈ, ਉਸ ਦੇ ਜੈ ਜੈ ਸ਼ਬਦਾਂ ਦੇ ਅਨਾਹਦ ਇੱਕ ਰਸ ਵਾਜੇ ਵੱਜਦੇ ਹਨ। ਜੋ ਪੁਰਸ਼ ਸੁਖਮਨੀ ਸਾਹਿਬ ਜੀ ਦੇ ਪਾਠ ਨੂੰ ਸੁਣ ਸੁਣ ਕੇ ਮਨ ਵਿੱਚ ਆਨੰਦ ਧਾਰਨ ਕਰਦਾ ਹੈ, ਉਸ ਨੂੰ ਪਰਮਾਤਮਾ ਪ੍ਰਗਟ ਹੁੰਦਾ ਹੈ। ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ, ਨਾਨਕ ਉਧਰੇ ਤਿਨ ਕੈ ਸਾਥੇ। ਜੋ ਪ੍ਰੇਮ ਭਾਵ ਨਾਲ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਦਾ ਹੈ, ਉਹੀ ਅਸਲ ਮਹਾਤਮਾ ਹੈ। ਉਸ ਦੇ ਮੱਥੇ ਦੇ ਅਗਰ ਭਾਗ ਗੋਪਾਲ ਪ੍ਰਗਟ ਹੁੰਦਾ ਹੈ। ਗੁਰੂ ਜੀ ਕਥਨ ਕਰਦੇ ਹਨ, ਉਹਨਾਂ ਦੇ ਨਾਲ ਰਹਿਣ ਵਾਲੇ ਸਾਰੇ ਤਰ ਜਾਂਦੇ ਹਨ। ਸਰਨ ਜੋਗ ਸੁਨ ਸਰਨੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ। ਸ਼ਰਨ ਆਇਆਂ ਦੀ ਰੱਖਿਆ ਕਰਨੇ ਯੋਗ ਹੈ। ਇਹ ਗੱਲ ਸੁਣ ਕੇ ਜਦ ਅਸੀਂ ਪ੍ਰਭੂ ਦੀ ਸ਼ਰਨ ਵਿੱਚ ਆਏ ਤਾਂ ਪ੍ਰਭੂ ਨੇ ਕਿਰਪਾ ਕਰਕੇ ਆਪਣੇ ਨਾਲ ਮਿਲਾ ਲਿਆ। ਮਿਟ ਗਏ ਬੈਰ ਭਏ ਸਭ ਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਣ। ਜਦੋਂ ਦੇ ਗੁਰਾਂ ਦੀ ਸਤ ਸੰਗਤ ਵਿੱਚ ਬੈਠ ਕੇ ਨਾਮ ਅੰਮ੍ਰਿਤ ਲੈਣ ਲੱਗ ਪਏ ਹਾਂ, ਤਦੋਂ ਦੇ ਸਭ ਦੀ ਚਰਨ ਧੂੜ ਹੋਣ ਕਰਕੇ ਹਿਰਦੇ ਵਿੱਚੋਂ ਵੈਰ ਭਾਵ ਮਿਟ ਗਏ ਹਨ। ਸੋ ਪ੍ਰਸੰਨ ਭਏ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵ। ਗੁਰਦੇਵ ਸ਼੍ਰੀ ਗੁਰੂ ਰਾਮਦਾਸ ਜੀ ਆਪ ਮੇਰੇ ਤੇ ਪ੍ਰਸੰਨ ਹੋਏ ਹਨ, ਇਸ ਲਈ ਮੈਂ ਸੇਵਕ ਦੀ ਸੇਵਾ ਕੀਤੀ, ਪੂਰੀ ਹੋ ਗਈ, ਭਾਵ ਸਫਲ ਹੋ ਗਈ ਹੈ। ਆਲ ਜੰਜਾਲ ਵਿਕਾਰ ਤੇ ਰਹਤੇ, ਰਾਮ ਨਾਮ ਸੁਨ ਰਸਨਾ ਕਹਿਤੇ। ਘਰ ਦੇ ਧੰਦਿਆਂ ਤੋਂ ਅਤੇ ਹੋਰ ਕਈ ਤਰ੍ਹਾਂ ਦੇ ਵਿਕਾਰਾਂ ਤੋਂ, ਕਾਮ ਆਦਿਕ ਵਿਕਾਰਾਂ ਤੋਂ ਰਹਿਤ ਹੋਏ ਹਾਂ। ਹੁਣ ਤਾਂ ਹਰ ਵੇਲੇ ਰਾਮ ਨਾਮ ਸੁਣਦੇ ਹਾਂ ਅਤੇ ਰਸਨਾ ਤੋਂ ਕਥਨ ਕਰਦੇ ਹਾਂ। ਕਰ ਪ੍ਰਸਾਦ ਦਇਆ ਪ੍ਰਭ ਧਾਰੀ, ਨਾਨਕ ਨਿਭੀ ਖੇਪ ਹਮਾਰੀ। ਕਿਰਪਾ ਕਰਨ ਵਾਲੇ ਪ੍ਰਭੂ ਨੇ ਦਇਆ ਦ੍ਰਿਸ਼ਟੀ ਧਾਰੀ ਹੈ। ਗੁਰਾਂ ਨੇ ਕਿਰਪਾ ਕੀਤੀ ਹੈ ਤੇ ਪ੍ਰਭੂ ਨੇ ਵੀ ਦਇਆ ਧਾਰੀ ਹੈ। ਗੁਰੂ ਜੀ ਕਥਨ ਕਰਦੇ ਹਨ, ਤਾਂ ਹੀ ਇਹ ਸਾਡੀ ਭਗਤੀ ਰੂਪ ਸੁਖਮਣੀ ਰੂਪ ਖੇਪ ਤੋੜ ਨਿਭ ਗਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।